ਨਾਨਕ ਸਾਹਿਬ ਮਹਾਰਾਜ ਜੀ ਇਹ ਵਿਚਾਰ ਰੱਖਦੇ ਹੋਏ ਸਾਡੇ ਸਾਹਮਣੇ ਕਿ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ ਸਣ ਕੀ ਸਾਰਾ ਜਿੱਥਿਆ ਕਣ ਲਿਆ ਤਨ ਝਾੜ। ਸਤਿਗੁਰੂ ਕਹਿੰਦੇ ਜਿਵੇਂ ਕਿਸਾਨ ਹੋਵੇ ਨਾ, ਉਹ ਆਪਣੀ ਫਸਲ ਨੂੰ ਬੜੀ ਮਿਹਨਤ ਦੇ ਨਾਲ ਬੀਜਦਾ ਹੈ ਅਤੇ ਬੀਜਣ ਤੋਂ ਬਾਅਦ ਉਹਨੂੰ ਪਤਾ ਹੈ ਵੀ ਇਹਦੀ ਜਿਹੜੀ ਫਸਲ ਹੈ ਉਹ ਬਿਲਕੁਲ ਪੱਕ ਚੁੱਕੀ ਹੈ, ਉਹਦੇ ਉੱਤੇ ਸੋਨੇ ਵਾਲਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਫਸਲ ਪੱਕਣ ਤੋਂ ਬਾਅਦ ਕੀ ਕਰਦਾ ਹੈ, ਉਹ ਉਸ ਫਸਲ ਨੂੰ ਉੱਪਰੋਂ ਕੱਟ ਲੈਂਦਾ ਹੈ। ਉਹਦੇ ਜਿਹੜੇ ਝਾੜ ਹੈ, ਉਹਦਾ ਜਿਹੜਾ ਉੱਪਰਲੇ ਦਾਣੇ ਨੇ, ਦਾਣੇ ਵਾਲੇ ਹਿੱਸੇ ਨੂੰ ਕੱਟ ਲੈਂਦਾ ਅਤੇ ਜਿਹੜਾ ਉਹਦਾ ਥੱਲੜੀ ਜੜ ਰਹਿ ਜਾਂਦੀ ਹੈ ਉਹਨੂੰ ਉਸੇ ਤਰ੍ਹਾਂ ਖੇਤ ਦੇ ਵਿੱਚ ਕੁਝ ਕੁ ਸਮੇਂ ਲਈ ਪਿਆ ਰਹਿਣ ਦਿੰਦਾ ਹੈ। ਅਤੇ ਸਤਿਗੁਰੂ ਕਹਿੰਦੇ ਸਣ ਕੀ ਸਾਰਾਂ ਜਿੱਥੇ ਆ ਕਣ ਲਿਆ ਤਨ ਝਾੜ। ਅਤੇ ਉਸ ਤੋਂ ਬਾਅਦ ਕੀ ਕਰਦਾ ਵੀ ਜਿਹੜਾ ਉਹਦੇ ਵਿੱਚ ਦਾਣੇ ਨੇ ਉੱਪਰਲੇ ਜਿਹੜੇ ਉਹਨੇ ਝਾੜ ਨੂੰ ਕੱਟਿਆ, ਉਹਨੂੰ ਫਿਰ ਉਹਦੇ ਵਿੱਚੋਂ ਦਾਣੇ ਨੂੰ ਕੱਢਿਆ, ਦਾਣਿਆਂ ਨੂੰ ਕੱਢਣ ਤੋਂ ਉਪਰੰਤ ਕੀ ਕੀਤਾ ਵੀ ਉਹਦਾ ਜਿਹੜਾ ਪਿਛਲਾ ਝਾੜ ਰਹਿ ਗਿਆ ਨਾ, ਘਾਹ ਫੂਸ ਜਿਹਨੂੰ ਅਸੀਂ ਨਾੜ ਵੀ ਕਹਿੰਦੇ ਹਾਂ, ਵੀ ਉਹਨੂੰ ਕੀ ਕਰਦੇ ਆ ਫਿਰ ਉਸ ਤੋਂ ਬਾਅਦ ਉਹਨੂੰ ਵਾਹ ਦਿੰਦੇ ਆ। ਪੁਰਾਣੇ ਸਮਿਆਂ 'ਚ ਵੈਸੇ ਅੱਗ ਨਹੀਂ ਸੀ ਲਗਾਉਂਦੇ, ਚਲੋ ਅੱਜ ਇਹ ਮਾਹੌਲ ਆ ਗਿਆ ਵੀ ਚਲੋ ਅੱਜ ਕੱਲ੍ਹ ਕੀ ਕਰਦੇ ਆ ਵੀ ਜਿੱਦਾਂ ਨਾੜ ਬਚ ਗਈ ਅਤੇ ਉਹਨੂੰ ਅੱਗ ਲਾ ਦਿੰਦੇ ਆ। ਅਤੇ ਗੁਰੂ ਪਾਤਸ਼ਾਹ ਕਹਿੰਦੇ ਉਸ ਸਮੇਂ ਕੀ ਹੁੰਦਾ ਸੀ ਵੀ ਜਿਹੜੇ ਇਹ ਨਾੜ ਹੁੰਦੀ ਸੀ ਉਹਨੂੰ ਨਾਲ ਦੀ ਨਾਲ ਵਾਹ ਦਿੱਤਾ ਜਾਂਦਾ ਸੀ। ਅਤੇ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਵੀ ਜਿਹੜੇ ਹੁਣ ਦਾਣੇ ਇਕੱਠੇ ਕੀਤੇ ਗਏ, ਜਿਹੜੇ ਕੱਢੇ ਗਏ, ਪਾਤਸ਼ਾਹ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੇਠ। ਫਿਰ ਉਹਨੂੰ ਚੱਕੀ ਦੇ ਵਿੱਚ ਲਿਜਾ ਕੇ ਉਹਨਾਂ ਦਾਣਿਆਂ ਨੂੰ ਉਹਦੇ ਵਿੱਚ ਪਾਇਆ ਜਾਂਦਾ ਸੀ ਅਤੇ ਫਿਰ ਬੈਠ ਕੇ ਉਹਨੂੰ ਪੀਸਿਆ ਜਾਂਦਾ ਸੀ। ਪੁਰਾਣੇ ਸਮਿਆਂ ਦੇ ਵਿੱਚ ਸ਼ਾਇਦ ਆਪ ਸੰਗਤ ਨੇ ਉਹਨਾਂ ਚੱਕੀਆਂ ਦੇ ਦਰਸ਼ਨ ਕੀਤੇ ਹੋਣ, ਜਿਹਦੇ ਦੋ ਪੁੜ ਹੁੰਦੇ ਸੀ ਅਤੇ ਉਹ ਪੁੜਾਂ ਦੇ ਵਿੱਚ ਨਾ ਉਹਦੇ ਉੱਪਰ ਵਿਚਕਾਰ ਬਹੁਤ ਵੱਡਾ ਇੱਕ ਰਸਤਾ ਹੁੰਦਾ ਸੀ ਜਿਹਦੇ ਜ਼ਰੀਏ ਉਹ ਕਣਕ ਦੇ ਦਾਣਿਆਂ ਨੂੰ ਪਾਉਂਦੇ ਸੀ। ਅਤੇ ਫਿਰ ਉਸ ਤੋਂ ਬਾਅਦ ਇੱਕ ਹਿੱਸੇ 'ਤੇ ਉਹਦੇ ਹੱਥੀ ਲੱਗੀ ਹੁੰਦੀ, ਉਹਨੂੰ ਨਾਲ ਦੀ ਨਾਲ ਘੁਮਾਈ ਜਾਣਾ, ਜਿਹੜੇ ਦਾਣੇ ਉਹਨਾਂ ਪੁੜਾਂ ਦੇ ਥੱਲੇ ਆਈ ਜਾਣੇ, ਉਹ ਪੀ ਜਾਣੇ। ਅੱਜ ਤਾਂ ਚਲੋ ਵੀ ਵੱਡਾ ਸਿਸਟਮ ਆ ਗਿਆ ਨਾ, ਵੀ ਮਸ਼ੀਨੀ ਯੁੱਗ ਆ ਗਿਆ ਅਤੇ ਉਹਦੇ ਵਿੱਚ ਪਾ ਕੇ ਕਣਕ ਦੇ ਦਾਣੇ ਕੁਝ ਕੁ ਸਮੇਂ ਦੇ ਵਿੱਚ ਆਟਾ ਤਿਆਰ ਹੋ ਜਾਂਦਾ। ਉਸ ਸਮੇਂ 'ਤੇ ਹਰ ਇੱਕ ਇਨਸਾਨ ਦੀ ਆਪਣੀ ਆਪਣੀ ਫਿਤਰਤ ਸੀ। ਸਭ ਤੋਂ ਪਹਿਲਾਂ ਦਾਣਿਆਂ ਨੂੰ ਇਕੱਠਾ ਕਰਨਾ, ਫਿਰ ਮਤਲਬ ਬੱਲੀਆਂ ਇਕੱਠੀਆਂ ਕਰਨੀਆਂ, ਝਾੜ ਇਕੱਠਾ ਕਰਨਾ, ਉਹਦੇ ਵਿੱਚੋਂ ਫਿਰ ਦਾਣਿਆਂ ਨੂੰ ਅਲੱਗ ਕਰਨਾ, ਫਿਰ ਉਹਦਾ ਪੀਹਣਾ ਕਰਨਾ, ਉਹਦੇ ਵਿੱਚ ਕੰਕਰ ਜਾਂ ਕਹਿ ਲਓ ਕੁਝ ਵੀ ਜਿਹੜੀਆਂ ਚੀਜ਼ਾਂ ਸੀ ਘਾਹ ਫੂਸ ਫਾਲਤੂ, ਉਹਨਾਂ ਨੂੰ ਅਲੱਗ ਕਰਨਾ, ਉਹਦੇ ਕੀਤਾ ਜਾਂਦਾ ਸੀ। ਅਤੇ ਫਿਰ ਉਸ ਤੋਂ ਬਾਅਦ ਉਹਨੂੰ ਪੀਹਣ ਕਰਕੇ ਚੰਗੀ ਤਰ੍ਹਾਂ, ਅਤੇ ਕਈ ਵਾਰ ਤਾਂ ਕਣਕ ਨੂੰ ਧੋ ਵੀ ਲਿਆ ਜਾਂਦਾ ਸੀ, ਧੋ ਕੇ ਉਹਨੂੰ ਮੰਜੇ ਦੇ ਉੱਤੇ ਪਾ ਦੇਣਾ, ਉਹਨੂੰ ਚੰਗੀ ਤਰ੍ਹਾਂ ਧੁੱਪ ਲਗਾ ਕੇ ਜਦੋਂ ਐਨ ਲੱਗ ਜਾਣੀਆਂ ਨਾ ਵੀ ਧੁੱਪ ਐਨ ਪੂਰੀ ਚੰਗੀ ਤਰ੍ਹਾਂ ਕਣਕ ਠੀਕ ਹੋ ਗਈ, ਫਿਰ ਉਹਨੂੰ ਇੱਕ ਥੈਲੇ ਦੇ ਵਿੱਚ ਪਾ ਕੇ ਅੱਜ ਤਾਂ ਚਲੋ ਇੱਦਾਂ ਹੁੰਦਾ ਨਾ ਵੀ ਮੋਟਰਸਾਈਕਲ 'ਤੇ ਰੱਖੀ, ਗੱਡੀ 'ਚ ਰੱਖੀ ਅਤੇ ਪਿਹਾ ਲਿਆਂਦਾ। ਅੱਜ ਤਾਂ ਚਲੋ ਪਿਹਾਣਾ ਤਾਂ ਛੱਡੋ, ਅੱਜ ਤਾਂ ਚਲੋ ਅਸੀਂ ਜਿਹੜਾ ਮੁੱਲ ਦਾ ਆਟਾ ਹੈ ਉਹ ਖਾਣਾ ਸ਼ੁਰੂ ਕਰਤਾ। ਉਸ ਸਮੇਂ ਕੀ ਹੁੰਦਾ ਸੀ ਵੀ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਘੱਟੋ ਘੱਟ 60 ਕਿੱਲੋ ਦੀ ਜਾਂ 70 ਕਿੱਲੋ ਦਾ ਜਿਹੜਾ ਥੈਲਾ ਹੁੰਦਾ ਸੀ ਨਾ, ਆਪਣੇ ਸਿਰ ਦੇ ਉੱਤੇ ਰੱਖ ਕੇ 5-5, 6-6 ਕਿਲੋਮੀਟਰ ਪੈਦਲ ਜਾਣਾ ਅਤੇ ਫਿਰ 5-6 ਕਿਲੋਮੀਟਰ ਦੂਰ ਚੱਕੀ ਹੋਣੀ, ਉੱਥੇ ਜਾ ਕੇ ਆਟੇ ਨੂੰ ਪਿਹਾ ਕੇ ਲੈ ਕੇ ਆਉਣਾ। ਮਤਲਬ ਉਹਨਾਂ ਦੀ ਇਹ ਰੂਟੀਨ ਹੁੰਦੀ ਸੀ। ਚਲੋ ਅੱਜ ਉਹ ਤਾਕਤ ਨਹੀਂ ਰਹੀ ਵੀ ਚਲੋ ਬੰਦਾ ਅੱਜ ਕੱਲ੍ਹ 50-60 'ਤੇ ਛੱਡੋ 20 ਕਿਲੋ ਅੱਜ ਚੱਕਣਾ ਹੋਵੇ ਤਾਂ ਬੜਾ ਮੁਸ਼ਕਿਲ ਲੱਗਦਾ। ਉਸ ਸਮੇਂ ਬਜ਼ੁਰਗ ਇਹ 50-60 ਕਿਲੋ 'ਤੇ ਆਮ ਤੌਰ 'ਤੇ ਚੁੱਕ ਹੀ ਲੈਂਦੇ ਸੀ। ਤਾਂ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਰੱਖ ਕੇ ਆਉਣਾ, ਫਿਰ ਘਰ ਨੂੰ ਆ ਜਾਣਾ, ਫਿਰ 1-2 ਦਿਨਾਂ ਬਾਅਦ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਆਹ ਦਿਨ ਨੂੰ ਆ ਕੇ ਲੈ ਜਿਓ। ਉਹਨੂੰ ਚੰਗੀ ਤਰ੍ਹਾਂ ਪੀਣਾ ਅਤੇ ਪੀ ਕੇ ਨਾ ਫਿਰ ਉਸ ਤੋਂ ਬਾਅਦ ਕਹਿਣਾ ਵੀ ਚਲੋ ਆ ਜਾਓ ਤੁਹਾਡਾ ਆਟਾ ਤਿਆਰ ਹੈ। ਫਿਰ ਉਹ ਕੀ ਕਰਦੇ ਸੀ ਵੀ ਆਟਾ ਲੈ ਕੇ ਜਾਂਦੇ। ਸੋ ਗੁਰਦੇਵ ਪਾਤਸ਼ਾਹ ਇਹ ਗੱਲ ਕਹਿੰਦੇ ਆ ਵੀ ਜਿਵੇਂ
ਉਹ ਪੁਰਾਣੇ ਤੋਂ ਪੁਰਾਣੇ ਸਮਿਆਂ ਦੀ ਵੀ ਗੱਲ ਕਰੀਏ ਨਾ, ਤਾਂ ਉਸ ਸਮੇਂ ਚੱਕੀਆਂ ਹੁੰਦੀਆਂ ਸੀ ਦੂਜੀਆਂ ਘਰਾਂ ਦੇ ਵਿੱਚ ਵੀ। ਅਸੀਂ ਮਤਲਬ ਸਾਡੇ ਇਤਿਹਾਸ ਦੇ ਵਿੱਚ ਵੀ ਆਉਂਦਾ ਵੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਵੀ ਜਦੋਂ ਸਾਡੀਆਂ ਉਹ ਬੀਬੀਆਂ ਭੈਣਾਂ ਜਿਹੜੇ ਸਿੱਖ ਸਿੰਘਣੀਆਂ ਦਾ ਜ਼ਿਕਰ ਅਸੀਂ ਕਰਦੇ ਹਾਂ, ਵੀ ਜਿਨ੍ਹਾਂ ਨੂੰ ਮੀਰ ਮੰਨੂ ਆਪਣੀਆਂ ਜੇਲ੍ਹਾਂ ਦੇ ਵਿੱਚ ਰੱਖਦਾ ਰਿਹਾ, ਉਹਨਾਂ ਤੋਂ 1.25 ਮਣ ਕਣਕ ਦੇ ਦਾਣੇ ਜਿਹੜੇ ਸੀ ਉਹਨਾਂ ਤੋਂ ਪਿਹਾਉਂਦਾ ਰਿਹਾ, ਸਾਰਾ ਦਿਨ ਚੱਕੀਆਂ ਚਲਾਉਂਦੀਆਂ ਰਹੀਆਂ। ਉਹ ਵੀ ਜ਼ਿਕਰ ਸਾਡੇ ਸਾਹਮਣੇ ਆ ਜਾਂਦਾ ਹੈ। ਸੋ ਉਹ 2 ਵੱਡੇ ਪੁੜ ਹੁੰਦੇ ਸੀ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਆਪਣੀ ਇੱਕ ਉਦਾਹਰਨ ਲੈ ਕੇ ਰੱਬ ਜੀ ਦੀ ਗੱਲ ਕਰਦੇ ਹੋਏ ਆਖਦੇ ਆ ਕਿ 2 ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਾ ਰਹੇ ਸੋਬਰੇ ਨਾਨਕ ਜੁਗ ਡਿਠ। ਕਿ ਜਿਹੜਾ ਇਨਸਾਨ ਪਰਮਾਤਮਾ ਦੇ ਦਰ ਦੇ ਉੱਤੇ ਰਹਿੰਦਾ ਹੈ, ਕਿਉਂਕਿ ਜਦੋਂ ਅਸੀਂ ਚੱਕੀ ਦੀ ਗੱਲ ਕਰਦੇ ਹਾਂ ਨਾ, ਜਿਹੜੇ ਤੇ ਦਾਣੇ ਪੋੜਾਂ ਦੇ ਥੱਲੇ ਆਈ ਗਏ ਉਹਨਾਂ ਨੇ ਤਾਂ ਪੀਸਿਆ ਜਾਣਾ, ਉਹਦਾ ਤਾਂ ਆਟਾ ਬਣ ਜਾਣਾ, ਪਰ ਉਹਦੇ ਵਿਚਕਾਰ ਇੱਕ ਕੀਲੀ ਕੰਮ ਕਰਦੀ ਹੁੰਦੀ ਸੀ, ਅਤੇ ਉਹ ਕੀਲੀ ਦੇ ਨਾਲ ਕੁਝ ਦਾਣੇ ਜਿਹੜੇ ਸੀ ਉਹ ਲੱਗ ਜਾਂਦੇ ਸੀ, ਅਤੇ ਉਹ ਦਾਣੇ ਉਹਦੇ ਵਿੱਚੋਂ ਬਚੇ ਰਹਿਣੇ, ਅਤੇ ਬਾਅਦ ਵਿੱਚ ਜਦੋਂ ਚੱਕੀ ਦੀ ਸਫਾਈ ਕਰਨੀ ਨਾ ਉਹਦੇ ਵਿੱਚੋਂ ਕੱਢ ਲੈਣੇ। ਅਤੇ ਕਿਸੇ ਨੇ ਨਾ ਇਹ ਵਾਰਤਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਨਾਲ ਵੀ ਜੋੜਿਆ ਵੀ ਮਾਤਾ ਤ੍ਰਿਪਤਾ ਜੀ ਤੇ ਘਰ ਦੇ ਵਿੱਚ ਉਹ ਕਣਕ ਪੀ ਰਹੇ ਸੀ, ਪੀਂਦੇ ਪੀਂਦੇ ਆਟਾ ਤਿਆਰ ਕਰ ਰਹੇ ਸੀ ਉਹਦੇ ਵਿੱਚੋਂ। ਬਾਬਾ ਜੀ ਬੜੇ ਧਿਆਨ ਦੇ ਨਾਲ ਕਹਿੰਦੇ ਉਹਨੂੰ ਵੇਖ ਰਹੇ ਆ, ਅਤੇ ਵੇਖਦੇ ਵੇਖਦੇ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਸਵਾਲ ਆਇਆ ਵੀ ਮਾਤਾ ਜੀ ਆਹ ਜਿਹੜੀ ਚੱਕੀ ਤੁਸੀਂ ਚਲਾ ਰਹੇ ਹੋ, ਮੈਨੂੰ ਇਹਦੇ ਵਿੱਚੋਂ ਇੱਕ ਅਲੱਗ ਕੌਤਕ ਨਜ਼ਰ ਆ ਰਿਹਾ। ਅਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਵੀ ਮੇਰੇ ਲਾਲ ਨੂੰ ਕਿਹੜਾ ਕੌਤਕ ਨਜ਼ਰ ਆਇਆ। ਉਸੇ ਵਕਤ ਕਹਿੰਦੇ ਪਾਤਸ਼ਾਹ ਨੇ ਇਹ ਗੱਲ ਕਹੀ ਵੀ ਮਾਤਾ ਜੀ ਵੀ ਦੇਖੋ, ਜਿਹੜੇ ਦਾਣੇ ਆ ਤੁਸੀਂ ਵਿੱਚ ਪਾਉਂਦੇ ਹੋ, ਜਿਹੜੇ ਤੇ ਪੁੜ ਦੇ ਥੱਲੇ ਆ ਜਾਂਦੇ ਆ, ਉਹਨਾਂ ਦਾ ਕੀ ਹੁੰਦਾ। ਅਤੇ ਮਾਤਾ ਤ੍ਰਿਪਤਾ ਜੀ ਬੜੇ ਪਿਆਰ ਦੇ ਨਾਲ ਕਹਿੰਦੇ ਆ ਵੀ ਬੇਟਾ ਜਿਹੜੇ ਦਾਣੇ ਉਹਨਾਂ ਪੁੜਾਂ ਦੇ ਥੱਲੇ ਆ ਜਾਂਦੇ ਆ, ਉਹ ਪੀਸੇ ਜਾਂਦੇ ਆ, ਉਹਨਾਂ ਦਾ ਆਟਾ ਬਣ ਜਾਂਦਾ ਹੈ। ਅਤੇ ਕਹਿੰਦਾ ਮਾਤਾ ਜੀ ਜਿਹੜੇ ਆ ਕੁਝ ਕਿੱਲੀ ਦੇ ਨਾਲ ਰਹਿ ਗਏ, ਇਹਨਾਂ ਦਾ ਆਟਾ ਕਿਉਂ ਨਹੀਂ ਬਣਿਆ। ਕਹਿੰਦੀ ਬੇਟਾ ਇਸ ਕਰਕੇ ਕਿਉਂਕਿ ਇਹ ਆਪਣੇ ਧੁਰ ਦੇ ਨਾਲ ਜੁੜੇ ਰਹੇ, ਇਹ ਇੱਕ ਕਿੱਲੀ ਦੇ ਨਾਲ ਜੁੜੇ ਰਹੇ, ਜੇ ਕਿਤੇ ਇਹ ਵੀ ਇਹਨਾਂ ਦੇ ਥੱਲੇ ਆ ਜਾਂਦੇ ਤਾਂ ਇਹਨਾਂ ਦਾ ਵੀ ਆਟਾ ਪੀਆ ਜਾਣਾ ਸੀ। ਅਤੇ ਬਾਬਾ ਜੀ ਕਹਿੰਦੇ ਮਾਂ ਇਸ ਕਰਕੇ ਧਿਆਨ ਦੇ ਨਾਲ ਵੇਖ ਰਿਹਾ ਮਾਂ, ਕਿਉਂਕਿ ਇਹ ਸੰਸਾਰ ਦੇ ਵਿੱਚ ਇਹ ਬੁਰਾਈਆਂ ਦਾ 2 ਇਹੋ ਜਿਹੇ ਪੁੜ ਚੱਲਦੇ ਜਾ ਰਹੇ ਆ ਵੀ ਜਿਹੜੇ ਇਨਸਾਨ ਰੱਬ ਜੀ ਤੋਂ ਟੁੱਟ ਕੇ ਇਹਨਾਂ ਪੁੜਾਂ ਦੇ ਥੱਲੇ ਆ ਗਏ ਉਹ ਪੀਹੇ ਗਏ, ਅਤੇ ਜਿਹੜੇ ਇਨਸਾਨ ਉਸ ਕਿੱਲੀ ਦੇ ਨਾਲ ਜੁੜ ਗਏ, ਜਿਹੜੇ ਆਪਣੇ ਮੂਲ ਦੇ ਨਾਲ, ਜਿਹੜੇ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਗਏ, ਕਹਿੰਦੇ ਉਹ ਇੱਥੋਂ ਬਚ ਜਾਂਦੇ ਆ। ਨਾਨਕ ਅਜਬ ਡਿੱਠ। ਅਤੇ ਇੱਥੇ ਪਾਤਸ਼ਾਹ ਇਹੀ ਗੱਲ ਕਹਿੰਦੇ ਆ ਵੀ ਜੋ ਰੱਬ ਜੀ ਤੇਰੇ ਦਰ ਦੇ ਉੱਤੇ ਰਹਿੰਦੇ ਆ ਉਹ ਇਨਸਾਨ ਉੱਭਰ ਜਾਂਦੇ ਆ। ਉੱਭਰ ਦਾ ਅਰਥ ਹੁੰਦਾ ਵੀ ਬਚ ਜਾਂਦੇ ਆ। ਇਸ ਸ਼ਲੋਕ ਨੂੰ ਜਦੋਂ ਆਪਾਂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਥੋੜ੍ਹਾ ਜਿਹਾ ਹੋਰ ਦਰਸ਼ਨ ਕਰਦੇ ਹਾਂ, ਤਾਂ ਇੱਕ ਜਗ੍ਹਾ 'ਤੇ ਮਹਾਰਾਜ ਕਹਿੰਦੇ ਆ, ਗੁਰੂ ਨਾਨਕ ਸਾਹਿਬ ਜੀ ਦਾ ਉਹ ਆਪਾਂ ਕਈ ਵਾਰ ਮੁੱਖ ਵਾਕ ਦੇ ਵਿੱਚ ਵੀ ਉਹ ਸ਼ਬਦ ਆਉਂਦਾ ਹੈ ਜੀ। ਉਹ ਸ਼ਬਦ ਹੈ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਕਿੰਨੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਕਿ ਇਹ ਭਾਈ ਮਨ ਨੂੰ ਹਾਲੀ ਬਣਾ ਲਾ, ਤੇਰਾ ਮਨ ਹਾਲੀ ਬਣਨਾ ਚਾਹੀਦਾ। ਉਸ ਤੋਂ ਬਾਅਦ ਕੀ ਕਰ, ਮਨ ਹਾਲੀ ਕਿਰਸਾਣੀ ਕਰਨੀ, ਕਿਰਦਾਰ ਕਰਨੀ ਦਾ ਅਰਥ ਹੁੰਦਾ ਕਰੈਕਟਰ। ਆਪਣੇ ਕਿਰਦਾਰ ਨੂੰ ਕਿਰਸਾਣੀ ਬਣਾ, ਜਿਹੜਾ ਤੂੰ ਕੀਤਾ ਕਰ ਰਹੇ ਆ। ਸ਼ਰਮ ਪਾਣੀ, ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਫਸਲ ਨੂੰ ਅਸੀਂ ਤਿਆਰ ਕੀਤਾ, ਜੇ ਫਸਲ ਬੀਜੀ, ਉਹਦੇ ਵਿੱਚ ਫਿਰ ਪਾਣੀ ਦੀ ਵੀ ਜ਼ਰੂਰਤ ਹੈ। ਅਤੇ ਗੁਰੂ ਨਾਨਕ ਸਾਹਿਬ ਬਾਬਾ ਜੀ ਕਹਿੰਦੇ ਵੀ ਇੱਦਾਂ ਕਰ ਵੀ ਉਹਦੇ ਵਿੱਚ ਮਿਹਨਤ ਦਾ ਪਾਣੀ ਵੀ ਪਾ। ਸ਼ਰਮ ਪਾਣੀ ਤਨ ਖੇਤ, ਅਤੇ ਖੇਤ ਕਿਹੜਾ ਚਾਹੀਦਾ ਹੈ, ਉਹ ਚਾਹੀਦਾ ਹੈ ਤਨ। ਤਨ ਦੇ ਵਿੱਚ ਹੀ ਉਗਣਾ ਹੈ ਨਾ ਰੱਬ ਜੀ ਦਾ ਨਾਮ। ਹੁਣ ਬੀਜ ਕਿਹੜਾ ਪਾਉਣਾ ਹੈ ਜੀ, ਬਾਬਾ ਜੀ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਬ ਜੀ ਦਾ ਨਾਮ ਪਾ। ਹੁਣ ਰੱਬ ਜੀ ਦਾ ਨਾਮ ਪਾਉਣ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਕੋਈ ਵੀ ਕਿਰਸਾਨ ਆਪਣੇ ਖੇਤਾਂ ਦੇ ਵਿੱਚ ਬੀਜ ਪਾਉਂਦਾ ਹੈ ਨਾ, ਉੱਪਰ ਉਹਦੇ ਸੁਹਾਗਾ ਵੀ ਫੇਰਨਾ ਬੜਾ ਜ਼ਰੂਰੀ ਹੈ। ਜੇ ਨਾ ਉਹ ਸੁਹਾਗਾ ਫੇਰੇ ਨਾ ਅਤੇ ਪੰਛੀ ਆ ਜਾਂਦੇ ਆ, ਅਤੇ ਪੰਛੀ ਆ ਕੇ ਉਸ ਖੇਤ ਦੇ ਵਿੱਚ ਉਹ ਜਿਹੜੇ ਦਾਣੇ ਨੇ ਉਹਨਾਂ ਨੂੰ ਚੁਗ ਲੈਂਦੇ ਆ, ਅਤੇ ਫਿਰ ਜਿਹੜੀ ਫਸਲ ਬੀਜੀ ਹੈ ਫਿਰ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ। ਤੋ ਸਤਿਗੁਰੂ ਕਹਿੰਦੇ ਵੀ ਜਦੋਂ ਨਾਮ ਦਾ ਸੁਹਾਗਾ ਬੀਜੇਗਾ, ਜਦੋਂ ਨਾਮ ਬੀਜ ਬੀਜੇਗਾ ਅਤੇ ਉਹਦੇ ਉੱਤੇ ਸੁਹਾਗਾ ਮਾਰ ਸੰਤੋਖ ਦਾ। ਕਿਉਂਕਿ ਜੇ ਨਾਮ ਨੂੰ ਜਪ ਰਿਹਾ ਨਾ, ਜੇ ਰੱਬ ਜੀ ਦੀ ਯਾਦ ਦੇ ਵਿੱਚ ਬੰਦਗੀ ਦੇ ਵਿੱਚ ਲੱਗਿਆ ਹੋਇਆ ਹੈ, ਅਤੇ ਜ਼ਰੂਰੀ ਹੈ ਵੀ ਸੁਹਾਗਾ ਸੰਤੋਖ ਹੋਣਾ ਬੜਾ ਜ਼ਰੂਰੀ ਹੈ।
नहीं तो नाम जपिया भी किसी काम का नहीं आ। इधर वाहिगुरू वाहिगुरू हो रहा है तो उधरों फिर मन विषय विकारां दे वल, वो भी पंछी आ गए। फिर उन्होंने तेरी कीती हुई जिन्नी भी बंदगी है, जिन्ने भी तेरे बीज बोए हुए हैं ना वाहिगुरू जी के नाम के नाल, वो विषय विकारां रूपी पंछी आए तो उन्होंने चुक के लै गए। फिर फसल ही पैदा नहीं हुई। नाम बीज संतोख सुहागा रख गरीबी वेस। तो अपना बेस पता किहड़ा बना, गरीबी वाला। गरीबी का अर्थ ही नहीं आ भी जे मैं अज अमीर हाँ तो मैं अमीरी तो निकल के किसी झोंपड़ी दे विच आ जावां। नहीं, बाबा जी कहते भी अपने अंदर नूं गरीब बना। गरीब का अर्थ हुंदा है भी निमरता वाला सुभाਅ। वैसे शब्द विच ना जिहड़ा ये शब्द आपां विचार रहे हैं, गुरु साहब ने 4 उदाहरणां साडे सामने रखियां ने। पहली दे विच ते ये है, दूजी च उन्होंने हट्टी की गल की है, तीजी च व्यापारी की गल की है। तो इस तरीके नाल चौथी दे विच ये भी जिद्दां कोई हट्टी दे उत्ते इंसान बैठा है ना, हाण हट कर रजा सतनाम कर वत, भी जिमें सुरत सोच कर भांड साल तिस विच तिस नूं रख। बाबा जी कहते भी जिमें एक हट्टी के उत्ते बैठा है ना बंदा अपनी दुकान के उत्ते, वो की करदा भी उहदे कोल डब्बे लगे हुए आ लाइनां दे विच। हरेक डब्बे दे विच एक डब्बे दे विच उहने हर एक आइटम नूं टिकाया है जो उन्हें बेचना है। करियाने की दुकान दे असीं जाने ना तो उत्थे असीं उन्हां चीज़ां नूं वेखदे हां। एक जगह के उत्ते उन्हें कुछ मतलब अलग आइटम पाई है, इहदे विच कुछ अलग पाया, हर एक जगह के उत्ते उन्हें अलग अलग चीज़ां पाईयां ने। तो सामने वाला जदों भी उस चीज़ के वल आउंदा है तो आकर्षित होंदा है, वो मन दे विच सोचदा भी अज की लैके जावां। तो इस करके गुरु साहब ने 4 उदाहरणां इस शब्द दे विच इलाही फरमान दे विच भी जिहड़ियां ने साडे सामने रखियां। तो हुण गल ये है जी, ये सलोक भी वैसे किरसानी किते दे नाल संबंधित है। सानूं पता है कि गुरु नानक साहब महाराज जदों किरत करो दा सिद्धांत दिंदे ना तो उन्होंने कमा के भी विखाया अपने जीवन च। भी कल्ला ये नहीं है भी दुनिया नूं दसना ही है भी मैं अपने जीवन दे विच सिर्फ यही कहा कि किरत करो। बाबे ने फिर बाद विच हल जो के भी विखाया। वैसे ना जदों भाई मरदाना जी का असीं जिक्र करते हैं ना, तो मरदाना जी जिस वक्त वो अकाल चलाना कर जाते हैं, उन्हां तो बाद बाबा जी उदासियां ते नहीं जाते। हाँ, कुछ को पिंडां दे विच गए जिथे प्रचार किया बाबा जी ने, पर मरदाना जी वाली जिहड़ी गल सी वो फिर बाद विच नहीं रही। तो उन्होंने फिर यही किया कि वो करतारपुर की धरती के उत्ते रह के पातशाह ने उन्ना समा प्रचार किया। तो उस जगह के उत्ते फिर उन्हां दे नाल गुरु अंगद साहब महाराज आउंदे आ भाई लैणा जी के रूप दे विच। तो फिर गुरु नानक साहब महाराज जी की जिहड़ी अगली जोत है फिर भाई लैणा जी दे विच टिकदी है। तो फिर उही भाई लैणा अज असीं जिन्हां नूं गुरु अंगद साहब महाराज कहने आ। तो कहण दा अर्थ साध संगत ये है भी जदों मालिक जी उस जगह के उत्ते किरसानी करदे सी ना, किसी विद्वान दियां सतरां ने, वो कहंदा कि जिहड़ा ये आपां पढ़दे ना मनहाली किरसानी करनी, भी जिहड़ा शब्द है ये बाबे नानक ने बिल्कुल ये अपने जीवन च कमा के दिखाया। इहदे विच वो नाम भी पाया, इहदे विच फिर सिख रूपी पौधे सामने आए, वो बूटे जिहड़े सी वो पैदा होने शुरू होए। हुण जिथे फसल होएगी तो सानूं सारिआं नूं पता भी नदीन भी आउणे शुरू हो जाते हैं। नदीन आ गई तो नदीन आए तो कहते नदीन वो सी भी जिहड़े अबदाली वर्गे सी जां कह लो मीर मन्नू वर्गे सी, औरंगजेब वर्गे रहे आ, जहांगीर वर्गे रहे आ। उन्होंने सोचा भी ये नदीन ये पैदा हो गई तो फसल तबाह कर देंगे, बड़ा जोर लगाया उन्होंने, पर वो नदीना दे विच इन्नी समता कित्थे कि फसल नूं तबाह भी कर दें। जद तक बाबा जी उहदे विच नाम रूपी जल पाउंदे रहे, मेहनत वाला पानी पाउंदे रहे, किसी की हिम्मत नहीं पई। जिद्दण मेहनत वाला पानी इत्थों खत्म होया उदण तो ही सिक्खी दे विच जिहड़ा पतितपुणा है वो आना शुरू हो गया। मित्थी आप संगत दे नाल ना एक अर्ज़ करां। वैसे तो मेरी फितरत ये हुंदी है भी मैं हर एक धर्म नूं पढ़ां, उहदे विचों जो चंगियां चीज़ां मिलदियां ने उन्हां नूं विचारां ते वो विचार के आप संगत दे सामने रखां। जे साडे मन दे विच कोई सीखण दी भावना होवे ना तो असीं किसी भी धर्म दे विचों सीख भी सकते हैं। जे मन दे विच भावना नहीं ना तो फिर बंदा अपने धर्म तो भी कुछ नहीं सीख पाउंदा। तो इस करके मैं आप जी के सामने ना हज़रत मुहम्मद साहब और मुहम्मद अली जी का एक जीवन थोड़ा जिहा उन्हां दे जीवन दे विच एक बड़ी प्यारी वारता आउंदी है, मैं चाहुंदा सां भी आप संगत दे नाल साझी करा। तो बिल्कुल गुरबाणी भी उस चीज़ की गल प्रौढ़ता करती है। मुहम्मद अली ने ना हज़रत मुहम्मद साहब नूं एक दिन एक सवाल पूछया। सवाल ये सी भी
ਮੁਹੰਮਦ ਸਾਹਿਬ ਤੁਸੀਂ ਕਹਿੰਦੇ ਹੋ ਵੀ ਰੱਬ ਜੀ ਸਭ ਕਰਨ ਕਰਾਉਣ ਵਾਲੇ ਆ। ਮੇਰਾ ਸਵਾਲ ਤੁਹਾਡੇ ਅੱਗੇ ਇਹ ਹੈ ਕਿ ਇਨਸਾਨ ਵੀ ਕੁਝ ਕਰ ਸਕਦਾ ਹੈ? ਉਹਦੇ ਹੱਥ ਦੇ ਵਿੱਚ ਵੀ ਕੋਈ ਪਾਵਰ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਕਰ ਸਕਦਾ ਹੋਵੇ? ਅਤੇ ਮੁਹੰਮਦ ਸਾਹਿਬ ਨਾ ਇੱਕ ਬੜੀ ਪਿਆਰੀ ਗੱਲ ਉਹਨੂੰ ਉਦਾਹਰਨ ਦਿੰਦੇ ਆ। ਕਹਿੰਦੇ ਤੇਰਾ ਸਵਾਲ ਤਾਂ ਠੀਕ ਹੈ, ਪਰ ਮੈਂ ਚਾਹੁੰਦਾ ਵਾਂ ਵੀ ਅਜੇ ਤੂੰ ਥੋੜ੍ਹਾ ਜਿਹਾ ਰੁਕ ਜਾ, ਤੇਰਾ ਜਵਾਬ ਥੋੜ੍ਹੇ ਕੁ ਸਮੇਂ ਬਾਅਦ ਦੇਵਾਂ। ਉਹ ਕਹਿੰਦਾ ਨਹੀਂ, ਹੁਣ ਹੀ ਜਵਾਬ ਚਾਹੀਦਾ। ਮੁਹੰਮਦ ਸਾਹਿਬ ਕਹਿੰਦੇ ਵੀ ਵੇਖ, ਗੱਲ ਇਹ ਹੈ ਵੀ ਅਜੇ ਤੇਰੀ ਸੁਰਤ ਹੀ ਉੱਥੇ ਤੱਕ ਪਹੁੰਚੀ ਨਹੀਂ ਆ ਵੀ ਜਿੱਦਣ ਸੁਰਤ ਪਹੁੰਚ ਜਾਏਗੀ ਜਵਾਬ ਵੀ ਮਿਲ ਜਾਏਗਾ। ਕਈ ਵਾਰ ਇੱਦਾਂ ਹੁੰਦਾ ਨਾ ਵੀ ਸਵਾਲ ਤਾਂ ਅਸੀਂ ਕਰ ਬਹਿੰਦੇ ਹਾਂ, ਪਰ ਅੰਦਰ ਉਹ ਤਿਆਰ ਨਹੀਂ ਹੁੰਦਾ ਵੀ ਜੋ ਸਵਾਲ ਨੂੰ ਸੁਣ ਕੇ ਜੋ ਉਹਦਾ ਜਵਾਬ ਸੁਣਨਾ ਅਸੀਂ, ਅਤੇ ਕਈ ਵਾਰ ਅੰਦਰੋਂ ਦਿਲ ਮੰਨਦਾ ਨਹੀਂ ਵੀ ਅਜੇ ਰੁਕ ਜਾਂਦੇ ਹਾਂ। ਇੱਦਾਂ ਕਹਿ ਲਓ ਵੀ ਜਿੱਦਾਂ ਮੰਨ ਲਓ ਵੀ ਇੱਕ ਪਹਿਲੀ ਦਾ ਜਵਾਕ ਹੋਵੇ ਅਤੇ ਉਹਨੂੰ ਅਸੀਂ PhD ਦੀਆਂ ਬੁੱਕਾਂ ਫੜਾ ਦੀ ਵੀ ਲੈ ਤੂੰ ਪੜ੍ਹ, ਫਿਰ ਉਹ ਕਹੇਗਾ ਨਾ ਵੀ ਮੇਰੇ ਪੱਲੇ ਕਿੱਥੇ ਪੈਂਦੀਆਂ ਨੇ। ਪਰ ਮੁਹੰਮਦ ਅਲੀ ਜੀ ਵੀ ਜਿਹੜੇ ਸੀ ਉਹ ਅੰਦਰੋਂ ਬੜੇ ਪਹੁੰਚੇ ਹੋਏ ਸੀ, ਅਤੇ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਵੀ ਮੁਹੰਮਦ ਸਾਹਿਬ, ਅਰਜ਼ ਤੁਹਾਡੇ ਅੱਗੇ ਇਹ ਹੈ ਵੀ ਗੱਲ ਇਹ ਹੈ ਵੀ ਮੈਨੂੰ ਹੁਣ ਪਿਆਸ ਲੱਗੀ ਹੈ। ਜਦੋਂ ਪਿਆਸ ਲੱਗੀ ਹੋਵੇ ਪਾਣੀ ਉਦੋਂ ਹੀ ਪੀਤਾ ਜਾਂਦਾ, ਅਤੇ ਹੁਣ ਮੈਨੂੰ ਪਿਆਸ ਇਸ ਗੱਲ ਦੀ ਲੱਗੀ ਹੈ ਕਿ ਮੈਂ ਤੁਹਾਡੇ ਸਾਹਮਣੇ ਇੱਕ ਪ੍ਰਸ਼ਨ ਕੀਤਾ ਹੈ, ਕੁਐਸਚਨ ਕੀਤਾ ਹੈ, ਅਤੇ ਪਲੀਜ਼ ਮੈਨੂੰ ਉਹਦਾ ਆਨਸਰ ਜਿਹੜਾ ਹੈ, ਜਵਾਬ ਜਿਹੜਾ ਉਹ ਕਿਰਪਾ ਕਰਕੇ ਦੇ ਦਿਓ। ਮੈਂ ਸਵਾਲ ਦੁਬਾਰਾ ਦੁਹਰਾ ਦੇਵਾਂ। ਸਵਾਲ ਸੀ ਕਿ ਸਭ ਕੁਝ ਕਰਨ ਕਰਾਉਣ ਵਾਲਾ ਜੇ ਰੱਬ ਜੀ ਹੈ, ਕੀ ਇਨਸਾਨ ਦੇ ਵਿੱਚ ਵੀ ਕੋਈ ਤਾਕਤ ਹੈ ਵੀ ਉਹ ਕੁਝ ਕਰ ਸਕਦਾ ਹੈ ਆਪਣੀ ਮਰਜ਼ੀ ਦੇ ਅਨੁਸਾਰ? ਅਤੇ ਮੁਹੰਮਦ ਸਾਹਿਬ ਕਹਿੰਦੇ ਵੀ ਚਲੋ ਫਿਰ ਵੀ ਇਹਦਾ ਜਵਾਬ ਦੇ ਦਿੰਦੇ ਹਾਂ। ਅਤੇ ਮੁਹੰਮਦ ਸਾਹਿਬ ਨੇ ਨਾ ਇੱਕ ਮਤਲਬ ਪ੍ਰੈਕਟੀਕਲ ਉਦਾਹਰਨ ਉਹਦੇ ਸਾਹਮਣੇ ਰੱਖੀ। ਵੈਸੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹੋਗੇ ਨਾ ਤੂੰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੂਰਾ ਜੀਵਨ ਜਿਹੜਾ ਹੈ, ਉਹ ਜਦੋਂ ਵੀ ਕੋਈ ਉਹਨਾਂ ਤੋਂ ਕੋਈ ਸਵਾਲ ਪੁੱਛਦਾ ਅਤੇ ਮਾਲਕ ਉਹਦਾ ਜਵਾਬ ਜਿਹੜਾ ਹੈ ਉਹ ਪ੍ਰੈਕਟੀਕਲ ਤੌਰ ਦੇ ਉੱਤੇ ਕਰਕੇ ਦਿੰਦੇ ਆ। ਅਤੇ ਮੁਹੰਮਦ ਸਾਹਿਬ ਕਹਿੰਦੇ ਵੀ ਇੱਦਾਂ ਕਰ ਵੀ ਤੇਰੇ ਕੋਲ 2 ਪੈਰ ਆ ਨਾ, ਇਹਨਾਂ ਦੇ ਵਿੱਚੋਂ ਇੱਕ ਪੈਰ ਨੂੰ ਚੁੱਕ, ਜਿਹੜਾ ਮਰਜ਼ੀ ਚੁੱਕ ਲੈ, ਜਿਹੜਾ ਤੈਨੂੰ ਵਧੀਆ ਲੱਗਦਾ ਨਾ ਵੀ ਮੈਂ ਉਹਨੂੰ ਚੁੱਕ ਸਕਦਾ, ਉਹ ਪੈਰ ਨੂੰ ਚੁੱਕ। ਉਹਨੇ ਇੱਕ ਪੈਰ ਆਪਣਾ ਚੁੱਕਿਆ, ਮੰਨ ਲਓ ਵੀ ਖੱਬਾ ਪੈਰ ਚੁੱਕ ਲਿਆ ਉਹਨੇ, ਅਤੇ ਉਹਨੇ ਖੱਬਾ ਪੈਰ ਕਹਿੰਦੇ ਚੁੱਕ ਲਿਆ। ਅਤੇ ਮੁਹੰਮਦ ਸਾਹਿਬ ਕਹਿੰਦੇ ਇੱਦਾਂ ਕਰ ਵੀ ਹੁਣ ਜਿਹੜਾ ਨਾਲ ਦਾ ਸੱਜਾ ਪੈਰ ਹੈ ਉਹਨੂੰ ਵੀ ਚੁੱਕ ਲਾ। ਉਹ ਕਹਿੰਦਾ ਨਹੀਂ, ਵੀ ਦੋਨਾਂ 'ਚੋਂ ਇੱਕੋ ਚੱਕਿਆ ਜਾਏਗਾ। ਜੇ ਦੋਨੋਂ ਚੁੱਕਣੇ ਆ ਅਤੇ ਦੋਨਾਂ ਦੇ ਵਿੱਚ ਇੱਕ ਮੈਨੂੰ ਰੱਖਣਾ ਪੈਣਾ। ਜੇ ਦੂਜਾ ਪੈਰ ਧਰਤੀ ਦੇ ਥੱਲੇ ਮਤਲਬ ਰੱਖਣਾ ਹੈ ਅਤੇ ਪਹਿਲਾ ਚੁੱਕਣਾ ਪਵੇਗਾ, ਜੇ ਦੂਸਰਾ ਧਰਤੀ ਦੇ ਥੱਲੇ ਰੱਖਣਾ ਹੈ ਅਤੇ ਫਿਰ ਪਹਿਲਾ ਥੱਲੇ ਰੱਖਣਾ ਪਵੇਗਾ। ਦੋਨੋਂ ਇਕੱਠੇ ਨਹੀਂ ਚੁੱਕ ਸਕਦਾ। ਇਸੇ ਤਰ੍ਹਾਂ ਮੁਹੰਮਦ ਸਾਹਿਬ ਕਹਿੰਦੇ ਵੀ ਇਹੀ ਜਿਹੜਾ ਮੈਂ ਤੈਨੂੰ ਦੱਸੀ ਹੈ ਨਾ ਗੱਲ, ਵੀ ਇਹੀ ਤੇਰੇ ਸਵਾਲ ਦਾ ਜਵਾਬ ਹੈ। ਉਹ ਕਹਿੰਦਾ ਮੈਂ ਸਮਝ ਨਹੀਂ ਪਾਇਆ। ਮੁਹੰਮਦ ਸਾਹਿਬ ਕਹਿੰਦੇ ਦੇਖ, ਤੈਨੂੰ ਮੈਂ ਪੈਰ ਚੁੱਕਣ ਨੂੰ ਕਿਹਾ, ਹੁਣ ਦੋਨਾਂ ਦੇ ਵਿੱਚੋਂ ਤੂੰ ਜਿਹੜਾ ਮਰਜ਼ੀ ਪੈਰ ਚੁੱਕਣਾ ਸੀ, ਇਹ ਤੇਰੀ ਇੱਕ ਆਜ਼ਾਦੀ ਹੈ। ਤੂੰ ਪਹਿਲਾ ਵੀ ਚੁੱਕ ਚਾਹੇ ਦੂਜਾ ਚੁੱਕ, ਇਹ ਤੇਰੀ ਆਜ਼ਾਦੀ ਹੈ। ਇਸੇ ਤਰ੍ਹਾਂ ਇਹ 2 ਪੈਰ ਸਾਡੇ ਨੇ, ਵੀ ਇੱਕ ਪੈਰ ਹੈ ਰੱਬ ਜੀ ਦੇ ਨਾਮ ਨੂੰ ਜਪਣ ਵਾਲਾ ਅਤੇ ਦੂਜਾ ਪੈਰ ਹੈ ਬੁਰਾਈਆਂ ਦੇ ਵੱਲ ਜਾਣ ਦਾ। ਅਤੇ ਮੈਂ ਤੈਨੂੰ ਇਹ ਗੱਲ ਕਹਿਣਾ ਵੀ ਸੁਤੰਤਰ ਤੂੰ ਇਸ ਗੱਲ 'ਤੇ ਆ ਵੀ ਤੂੰ ਆਪਣੇ ਕਰਮਾਂ ਦੇ ਕਰਕੇ ਸੁਤੰਤਰ ਹੈ। ਤੂੰ ਕਰਮ ਕੋਈ ਵੀ ਕਰ ਸਕਦਾ ਦੋਨਾਂ ਦੇ ਵਿੱਚੋਂ। ਜਾਂ ਤੂੰ ਰੱਬ ਜੀ ਵਾਲਾ ਪੈਰ ਚੁੱਕ ਸਕਦਾ ਹੈ, ਚੰਗੇ ਕੰਮ ਕਰ ਸਕਦਾ ਹੈ, ਉਹ ਤੇਰੇ ਮਨ ਦੇ ਵਿੱਚ ਹੈ। ਤੂੰ ਕਹਿਣਾ ਹੈ ਨਾ ਵੀ ਸਭ ਕੁਝ ਰੱਬ ਜੀ ਕਰਨ ਕਰਾਉਣ ਵਾਲਿਆ, ਬੰਦਾ ਵੀ ਕੁਝ ਕਰ ਸਕਦਾ। ਮੈਂ ਤੈਨੂੰ ਇਹਦਾ ਹੀ ਜਵਾਬ ਦੇ ਰਿਹਾ ਵਾਂ ਵੀ ਤੇਰੇ ਮਨ ਦੀ ਇੱਛਾ ਹੈ, ਤੈਨੂੰ ਇਹ ਸੁਤੰਤਰਤਾ ਹੈ ਕਿ ਤੂੰ ਰੱਬ ਜੀ ਦੇ ਜਿਹੜਾ ਨਾਮ ਰੂਪੀ ਪੈਰ ਹੈ ਉਹਨੂੰ ਚੁੱਕਣ ਦੀ ਤੈਨੂੰ ਆਜ਼ਾਦੀ ਹੈ। ਪਰ ਜੇਕਰ ਤੂੰ ਉਹ ਆਜ਼ਾਦੀ ਹੋਣ ਦੇ ਬਾਵਜੂਦ ਵੀ ਫਿਰ ਵੀ ਬੁਰਾਈਆਂ ਵਾਲਾ ਪੈਰ ਚੁੱਕ ਰਿਹਾ ਹੈ, ਅਤੇ ਫਿਰ ਇਹ ਤੇਰਾ ਢਿੱਲਪਣਾ ਹੈ, ਫਿਰ ਇਹ ਤੇਰੇ ਅੰਦਰ ਇਹ ਕਹਿ ਲਓ ਵੀ ਤੇਰੀ ਲਿਆਕਤ ਨਹੀਂ ਹੈ ਵੀ ਤੂੰ ਰੱਬ ਜੀ ਦੇ ਨਾਮ ਨੂੰ ਚੁੱਕ ਸਕੇ। ਕਰਮ ਕਰਨਾ ਸਾਰਿਆਂ ਦੀ ਮਤਲਬ ਵਾਹਿਗੁਰੂ ਜੀ ਨੇ ਸਾਨੂੰ ਇਹ ਦਿੱਤਾ ਵੀ ਕਰਮ ਤੁਸੀਂ ਕੋਈ ਵੀ ਕਰ ਸਕਦੇ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਅਸੀਂ ਪੜ੍ਹਦੇ ਹਾਂ ਨਾ ਬਾਣੀ ਦੇ ਵਿੱਚੋਂ, ਅਤੇ ਬਾਬਾ ਜੀ ਇਹੀ ਗੱਲ ਕਹਿੰਦੇ ਵੀ ਜੇ ਕਰਮ ਅਸੀਂ ਕਰ ਰਹੇ ਹਾਂ, ਹੁਣ ਉਹ ਕਰਮ ਦਾ ਫਲ ਦੇਣ ਦਾ ਹੱਥ ਵਾਹਿਗੁਰੂ ਦੇ ਹੱਥ ਦੇ ਵਿੱਚ ਹੈ। ਜਿਵੇਂ ਕਹਿੰਦੇ ਆ ਨਾ ਕ੍ਰਿਸ਼ਨ ਜੀ ਭਗਵਤ ਗੀਤਾ ਦੇ ਵਿੱਚ। ਹਾਲਾਂਕਿ ਚਲੋ ਮੈਂ ਇਸ ਕਰਕੇ ਲੈ ਰਿਹਾ ਵੀ ਹਰ ਇੱਕ ਧਰਮ ਨੂੰ ਪੜ੍ਹਨਾ ਜ਼ਰੂਰੀ ਹੈ, ਅਤੇ ਉਸ ਧਰਮ ਦੇ ਵਿੱਚੋਂ ਜੋ ਚੀਜ਼ ਤਾਂ ਸਾਨੂੰ ਚੰਗੀ ਲੱਗੇ ਨਾ, ਅਤੇ ਮੇਰਾ ਫਰਜ਼ ਬਣਦਾ ਵੀ ਮੈਂ ਉਹਨੂੰ ਜ਼ਰੂਰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂ। ਸਾਨੂੰ ਬਾਬਾ ਜੀ ਨੇ ਸਿਖਾਇਆ ਵੀ ਇਹੀ ਹੈ ਵੀ ਬੁਰੇ ਬੰਦੇ ਦੇ ਵਿੱਚੋਂ ਵੀ ਕੁਝ ਨਾ ਕੁਝ ਚੰਗਾ ਸਿੱਖੋ। ਅਤੇ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਇਹ ਗੱਲ ਕਹਿੰਦੇ ਆ ਅਰਜੁਨ ਨੂੰ ਕਿ ਅਰਜਨ, ਉਹ ਹਾਲਾਂਕਿ ਉਹਨਾਂ ਨੇ ਗੱਲ ਆਪਣੇ ਉੱਤੇ ਲਾਈ ਹੈ ਵੀ ਕਹਿੰਦੇ ਵੀ
ਉਹ ਕ੍ਰਿਸ਼ਨ ਅਰਜੁਨ ਜੀ ਨੂੰ ਇਹ ਗੱਲ ਕਹਿੰਦਾ ਵੀ ਦੇਖ ਜਿਹੜਾ ਫਲ ਹੈ ਉਹ ਮੇਰੇ ਹੱਥ ਦੇ ਵਿੱਚ ਹੈ ਅਤੇ ਕਰਮ ਕਰਨਾ ਤੇਰੇ ਹੱਥ ਦੇ ਵਿੱਚ ਹੈ। ਜਿਹੋ ਜਿਹੇ ਕਰਮ ਕਰੇਗਾ ਫਲ ਤੈਨੂੰ ਉੱਦਾਂ ਦਾ ਮਿਲਣਾ ਸ਼ੁਰੂ ਹੋ ਜਾਣਾ। ਅਤੇ ਸਾਡੇ ਬਾਬਾ ਜੀ ਦੀ ਬਾਣੀ ਵੀ ਇਹ ਗੱਲ ਕਹਿੰਦੀ ਹੈ ਨਾ ਵੀ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ। ਜੋ ਬੀਜਿਆ ਉਹ ਤੈਨੂੰ ਖਾਣਾ ਪੈਣਾ। ਕਰਮ ਕਰਨ ਦੀ ਆਜ਼ਾਦੀ ਸਾਡੇ ਕੋਲ ਹੈ। ਪ੍ਰਸਾਦ ਸੰਗਤ ਗੱਲ ਤਾਂ ਇਹ ਨਾ ਵੀ ਮਤਲਬ ਕਰਮ ਦੀ ਆਜ਼ਾਦੀ ਹੋਣ ਦੇ ਬਾਵਜੂਦ ਵੀ ਜੇ ਮੈਂ ਫਿਰ ਵੀ ਰੱਬ ਜੀ ਵਾਲਾ ਜਿਹੜਾ ਨਾਮ ਹੈ ਉਹਨੂੰ ਨਹੀਂ ਜਪ ਰਿਹਾ ਅਤੇ ਫਿਰ ਇਹ ਮੇਰੀ ਢਿੱਲ ਹੈ। ਸੋ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਜੋ ਦਰ ਰਹੇ ਸੂਬਰੇ ਨਾਨਕ ਜਬ ਡਿੱਠ। ਜੋ ਰੱਬ ਜੀ ਦੇ ਦਰ ਦੇ ਉੱਤੇ ਜੁੜੇ ਰਹਿੰਦੇ ਆ ਫਿਰ ਉਹ ਇਨਸਾਨ ਜਿਹੜੇ ਆ ਬਚੇ ਰਹਿੰਦੇ ਆ, ਜਿਹੜੇ ਉਸ ਕਿੱਲੀ ਦੇ ਨਾਲ ਜੁੜਦੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਿੱਦਾਂ ਬਾਬਾ ਜੀ ਇੱਕ ਜਗ੍ਹਾ 'ਤੇ ਕਹਿੰਦੇ ਆ ਵੀ ਇਸ ਕਾ ਬਲ ਨਾਹੀਂ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ। ਮੈਂ ਇਸੇ ਕਰਕੇ ਅਰਜ਼ ਕਰਦਾ ਸਾਧ ਸੰਗਤ ਜਿਹੜੇ ਆਪ ਜਿੰਨੇ ਵੀ ਸਤਸੰਗੀ ਉਹ ਜਿਹੜੇ ਪੰਜਾਬੀ ਦਾ ਪਾਠ ਬਿਲਕੁਲ ਸੋਹਣੇ ਢੰਗ ਦੇ ਨਾਲ ਕਰ ਲੈਂਦੇ ਹੋ, ਇਹ ਗੁਜ਼ਾਰਿਸ਼ ਹੈ ਜੀ ਵੀ ਜ਼ਰੂਰ ਮਤਲਬ ਹਾਲਾਂਕਿ ਸਹਿਜ ਪਾਠ ਕਰਨਾ ਜ਼ਰੂਰੀ ਹੈ, ਚੰਗਾ ਹੈ, ਵਧੀਆ ਕਰੀਏ। ਕੱਲ੍ਹ ਵੀ ਮੈਂ ਬੇਨਤੀ ਕਰ ਰਿਹਾ ਸਾਂ ਵੀ ਸੁਖਮਨੀ ਸਾਹਿਬ ਦਾ ਪਾਠ ਜਿਹੜੀ ਸੰਗਤ ਕਰਦੀ ਹੈ ਚਲੋ ਜ਼ਿਆਦਾ ਸਮਾਂ ਨਹੀਂ ਅਤੇ ਰੋਜ਼ਾਨਾ ਇੱਕ ਅਸ਼ਟਪਦੀ ਜ਼ਰੂਰ ਪੜ੍ਹੋ, ਕਿਉਂਕਿ ਉਹਦੇ ਵਿੱਚ ਇੱਕ ਸ਼ੁਕਰਾਨੇ ਦੀ ਗੱਲ ਬੜੀ ਪਿਆਰੀ ਗੁਰੂ ਸਾਹਿਬ ਕਹਿੰਦੇ ਆ। ਅਸਲ 'ਚ ਬੰਦੇ ਦੀ ਜੋ ਸਾਡਾ ਨਿੱਜ ਦਾ ਜੀਵਨ ਹੈ ਨਾ ਉਹ ਪੂਰਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਖੋਲ੍ਹ ਕੇ ਰੱਖਿਆ ਉੱਥੇ ਵੀ ਸਾਡੇ ਹੱਥ ਦੇ ਵਿੱਚ ਤਾਂ ਬਲ ਹੀ ਕੋਈ ਨਹੀਂ ਹੈ। ਜਦੋਂ 9ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰੀਦਾ ਨਾ ਵੀ ਉੱਥੇ 1-2 ਸਲੋਕ ਸ਼ਾਇਦ ਆਪ ਨੇ ਪੜ੍ਹੇ ਹੋਣ, ਉਹ ਸਲੋਕ ਹੋਆ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਪਾਤਸ਼ਾਹ ਇਹ ਗੱਲ ਕਹਿੰਦੇ ਆ ਵੀ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹਾਥ ਮੈਂ ਗੱਜ ਜਿਉ ਹੋ ਸਹਾਈ। ਇੱਕ ਉਹ ਤੋਂ ਜਿਹੜਾ ਪਹਿਲਾ ਸਲੋਕ ਹੈ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਬਲ ਹੋਆ ਬੰਧਨ ਪਰੇ ਸਭ ਕੁਛ ਕਛੂ ਨਾ ਹੋ ਤੋ ਉਪਾਏ, ਵੀ ਕੋਈ ਵੀ ਉਪਾਅ ਨਹੀਂ ਹੋ ਰਿਹਾ। ਮਤਲਬ ਉਹ ਸਲੋਕ ਨੂੰ ਜਦੋਂ ਪੜ੍ਹੋਗੇ ਨਾ ਉਹਦੇ ਵਿੱਚ ਮਤਲਬ ਇਸ ਤਰੀਕੇ ਦੀ ਨਿਰਾਸ਼ਤਾ ਹੈ। ਸਤਿਗੁਰੂ ਕਹਿੰਦੇ ਜੀਵ ਦੀ ਇੱਦਾਂ ਦੀ ਹਾਲਤ ਬਣ ਗਈ ਵੀ ਇਹਦੇ ਕੋਲ ਕੋਈ ਚਾਰਾ ਹੀ ਨਹੀਂ ਰਿਹਾ, ਕੁਝ ਵੀ ਨਹੀਂ ਇਹਦੇ ਮਨ ਦੇ ਵਿੱਚ ਕੁਝ ਵੀ ਨਹੀਂ ਆ ਰਿਹਾ, ਤਾਕਤ ਹੀ ਨਹੀਂ ਰਹੀ। ਅਤੇ ਜਦੋਂ ਇਹਦੇ ਜੀਵਨ 'ਚ ਬਿਲਕੁਲ ਨਿਰਾਸ਼ਤਾ ਰਹੀ ਅਤੇ ਕਹਿੰਦੇ ਫਿਰ ਇਹ ਗੱਲ ਚੇਤੇ ਰੱਖ ਕਿ ਸਾਰਾ ਕੁਝ ਜੀਵਨ 'ਚ ਬੰਧਨ ਵੀ ਆ ਗਏ, ਜਿੰਨਾ ਕੁਝ ਵੀ ਸੀ ਸਾਰਾ ਕੁਝ ਜੀਵਨ ਦੇ ਵਿੱਚ ਆ ਗਿਆ, ਤਕਰੀਬਨ ਇੰਨੀ ਨਿਰਾਸ਼ਤਾ ਵੀ ਮੈਂ ਕਰਾਂ ਕੀ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਚਿੰਤਾ ਨਾ ਕਰ ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਹਿੰਦੇ ਜੇ ਕੋਈ ਵੀ ਤੇਰੇ ਕੋਲ ਉਪਾਅ ਨਹੀਂ ਹੋ ਰਿਹਾ ਨਾ ਤਾਂ ਇਹ ਚੇਤੇ ਰੱਖ ਵੀ ਰੱਬ ਜੀ ਦੇ ਨਾਮ ਨੂੰ ਚੇਤੇ ਕਰ। ਬਲ ਛੁੱਟ ਕਿਉ ਬੰਧਨ ਪਰੇ, ਜੇ ਬੰਧਨ ਵੀ ਆ ਗਏ ਨਾ ਤੇਰਾ ਬਲ ਵੀ ਛੁੱਟ ਗਿਆ ਅਤੇ ਚੇਤੇ ਰੱਖ ਵੀ ਕੋਈ ਗੱਲ ਨਹੀਂ, ਚਿੰਤਾ ਨਾ ਕਰ। ਉਸ ਤੋਂ ਬਾਅਦ ਉਹ ਆਪਣੇ ਸਲੋਕ ਦੇ ਵਿੱਚ ਇਹ ਗੱਲ ਲਿਖ ਦਿੰਦੇ ਆ ਕਿ ਜਦੋਂ ਵਾਹਿਗੁਰੂ ਜੀ ਤੇਰੇ ਨਾਲ ਹੋਣ ਨਾ ਉੱਥੇ ਇੱਕ ਉਦਾਹਰਣ ਦਿੱਤੀ ਆ ਗੱਜ ਜੋ ਹੋ ਸਹਾਈ। ਵੈਸੇ ਪੁਰਾਤਨ ਇੱਕ ਨਾ ਮਤਲਬ ਕਿ ਪੁਰਾਣਿਕ ਇੱਕ ਸਾਖੀ ਹੈ ਜਾਂ ਇਹਨੂੰ ਕਹਿ ਲਓ ਵੀ ਇੱਕ ਕਹਾਣੀ ਹੈ, ਇਤਿਹਾਸ ਹੈ। ਉਹਦੇ ਵਿੱਚ ਕਹਿੰਦੇ ਆ ਵੀ ਜਿਵੇਂ ਇੱਕ ਹਾਥੀ ਸੀ ਅਤੇ ਇੱਕ ਕੱਛੂ ਕੰਮਾ ਸੀ, ਉਹਦੇ ਵਿੱਚ ਕੋਈ ਮਤਲਬ ਤਾਕਤ ਨਹੀਂ ਸੀ ਅਤੇ ਉਹ ਤਾਕਤ ਤੋਂ ਬਿਨਾਂ ਜਿਹੜਾ ਸੀ ਵੀ ਉਹਦੇ ਵਿੱਚ ਕੋਈ ਬਲ ਨਹੀਂ ਸੀ ਵੀ ਉਹ ਨਿਕਲ ਸਕੇ। ਅਤੇ ਕਹਿੰਦੇ ਰੱਬ ਜੀ ਦੀ ਅਜਿਹੀ ਕਿਰਪਾ ਹੋਈ ਕਿ ਉਹ ਜਿਹਦੇ ਵਿੱਚ ਬਿਲਕੁਲ ਤਾਕਤ ਨਹੀਂ ਸੀ, ਮਾਲਕ ਨੇ ਉਹਦੇ ਉੱਤੇ ਉਹ ਕਿਰਪਾ ਕੀਤੀ ਕਿ ਉਹਦੇ ਵਿੱਚ ਇੱਕ ਤਾਕਤ ਆ ਗਈ ਅਤੇ ਉਹ ਉੱਥੋਂ ਨਿਕਲ ਗਿਆ। ਫਸਿਆ ਇਸ ਤਰੀਕੇ ਦੇ ਨਾਲ ਸੀ। ਅਤੇ ਇਸੇ ਕਰਕੇ ਸਤਿਗੁਰੂ ਕਹਿੰਦੇ ਜਦੋਂ ਰੱਬ ਜੀ ਦੇ ਨਾਮ ਨੂੰ ਸਿਮਰੇਗਾ, ਉਹਨੂੰ ਚੇਤੇ ਕਰੇਗਾ ਅਤੇ ਫਿਰ ਆਹ ਜਿੰਨੀ ਵੀ ਨਿਰਾਸ਼ਤਾ ਹੈ ਤੇਰੇ ਜੀਵਨ ਦੇ ਵਿੱਚੋਂ ਦੂਰ ਹੋ ਜਾਏਗੀ। ਅਤੇ ਉਦੋਂ ਜਦੋਂ ਰੱਬ ਜੀ ਦੇ ਨਾਮ ਦੇ ਨਾਲ ਜੁੜੇਗਾ। ਇੱਕ ਗੱਲ ਮੈਂ ਇੱਥੇ ਹੋਰ ਸੰਗਤ ਦੇ ਨਾਲ ਸਾਂਝੀ ਕਰਾਂ। ਜਦੋਂ ਅਸ਼ੋਕ ਜਿਹਨੂੰ ਸਮਰਾਟ ਵੀ ਕਹਿੰਦੇ ਸੀ, ਅਸ਼ੋਕ ਮਹਾਨ ਦੇ ਨਾਮ ਦੇ ਨਾਲ ਵੀ 2300 ਸਾਲ ਅੱਜ ਤੋਂ ਲਗਭਗ ਪਹਿਲਾਂ ਉਹਦਾ ਜਨਮ ਹੋਇਆ ਸੀ ਅਤੇ 2300 ਸਾਲ ਪਹਿਲਾਂ ਤਕਰੀਬਨ ਪੂਰਾ ਭਾਰਤ ਉਹਦੇ ਹੱਥ ਦੇ ਵਿੱਚ ਸੀ। ਉਸ ਸਮੇਂ ਨਾ ਮਹਾਤਮਾ ਬੁੱਧ ਜੀ ਉਹਨਾਂ ਦਾ ਅਗਲਾ ਚੇਲਾ ਸੀ ਉਹ, ਕਿਉਂਕਿ ਉਸ ਸਮੇਂ ਫਿਰ ਉਹ ਅਕਾਲ ਚਲਾਣਾ ਕਰ ਗਏ ਅਤੇ ਉਦੋਂ ਬਾਅਦ ਉਹਨਾਂ ਦਾ ਚੇਲਾ ਸੀ, ਉਹਦਾ ਨਾਮ ਸੀ ਨੰਦ। ਬੜੀ ਪਿਆਰੀ ਗੱਲ ਹੈ ਅਤੇ ਇਹ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਢੁੱਕਦੀ ਵੀ ਹੈ। ਅਤੇ ਚੇਤੇ ਰੱਖਿਓ ਵੀ ਇਹ ਜ਼ਰੂਰ ਮਤਲਬ ਵੀ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਈਏ ਅਸੀਂ।
उस समय ना कहते भी एक राजा सी अशोक, तो उन्हें सोचा भी जिमें मैं हुण मतलब भी बड़ा अत्याचार किया, बड़ी लोगों के उत्ते जुल्म किए आ, भी मेरा तकरीबन हर एक जगह के उत्ते डंका वज रहा, हर एक जगह के उत्ते पूरा राज मेरे हत्थ दे विच आ गया। हुण सोचदा सी भी थोड़ा क समा परमात्मा की बंदगी दे विच करां, थोड़ा बहुत धर्म का भी ज्ञान हासिल करां, तो सोचा भी धार्मिक गुरु किहनूं बनावां। उन्हें सारे पासे सद्दा देता भी जिन्ने भी धर्म के बड़े बड़े मतलब कह लो आगू कहाउण वाले, वो सारे आओ भी असीं तुहाडी विचार सुननी चाहुंदे आ, भी जिन्हें अशोक जी का मन प्रसन्न कर लिया ना, भी वो उन्होंने अपना गुरु धारण कर लैणगे। सारे आए, बड़े बड़े पंडित जी आए, ऐदों कह लो भी मुसलमानों के वो आए, तो सारिਆਂ ने आपो अपने धर्मां की सिफत सलाह की। सवाल पूछा जाता है तो वो जवाब देंदे रहंदे आ, पर अशोक के मन नूं ना तसल्ली ना हुई। अखीर च महात्मा बुद्ध जी का एक चेला जिन्हों नंद जी करके मैं पहला भी जिक्र किया भी वो आए, तो अशोक जी जदों अशोक जी के कोल गए तो उन्होंने कहा भी चलो मैं भी कुछ साझा करा, पर सारिਆਂ की जदों विद्वता देखी तो जिहड़े नंद जी सी थोड़ा जिहा पहुँची हुई एक अवस्था वाले एक संत सी। सारिਆਂ ਦੇ जवाब सुनने तो बाद जदों इन्हां दी वारी आउंदी है नंद जी की, तो अशोक उन्होंने सवाल करता है, वो अपनी गद्दी ते बैठा है अशोक, तो नंद नूं ये सवाल करता भी दस भी धर्म की है। तो कुछ क समा जदों उन्हें सवाल किया ना, तो नंद जी थोड़ा क समा जिहड़ा सी वो चुप करके कुछ नहीं बोले, जवाब ही नहीं दिता। जदों जवाब नहीं आया तो उस तो बाद अशोक जी फिर दोबारा कहन लगे भी सवाल तुहानूं पुछया तो तुसीं जवाब नहीं दे रहे। वो फिर चुप, कोई जवाब नहीं दिता, चुप करके वो कहते दसो तो सी, कोई जवाब तो दो, तुहानूं आंसर आउंदा है, जवाब आउंदा है तां भी दसो, नहीं आउंदा तां भी दसो, मेरा समा ना खराब करो। उस समय कहते जिहड़े नंद जी सी ना, उन्होंने बड़े प्यार नाल एक सवाल किया भी राजा जी तुहाडे सवालों के जवाब मैं देवांगा जरूर, पर मैनूं समझ नहीं आ रही भी मैं तुहाडे सवाल का जिहड़ा जवाब है वो किस ढंग दे नाल देवां। वो कहंदा कहना की चाहुंदा है, कहंदा देखो जी समाज दे विच ना चार तरीकिਆਂ ਦੇ ਨਾਲ किसी भी सवाल के जवाब दिते जाते हैं। वो कहंदा वो किहड़े किहड़े, पहला कहंदा पहला तरीका तो यह है भी जे तो तुसीं पुछ रहे हो राजे के अनुसार भी तुसीं एक राजे हो तां सवाल पुछ रहे हो, तो मैं जवाब तां इस तरीके नाल दवांगा फिर उहदा भी जिवें तुहानूं कोई इंसान प्रसन्न करन आया होवे। जे ते राजे के तौर पर पुछ रहे हो फिर जवाब भी मैं राजे के तौर के उत्ते दवांगा। पहला हिस्सा यह है भी तुसीं राजे हो, तो जे तुहानूं प्रसन्न करना है तो तुहाडे सवाल का जवाब उस तरीके दे नाल दिता जाएगा, पहला राजे करके। जिहड़ा दूसरा है वो है भरा जां दोस्त करके, जिवें एक भरा होवे ना, जे मतलब दोस्त होवे भी मैं तुहाडीआं विचारां सुणीआं ते तुसीं मैनूं अपणीआं विचारां दस्सीआं, जिहड़ियां चंगीआं लगियां धारण कीतीआं, जिहड़ियां नहीं लगियां छड्ड दित्तियां। इहदे विच चॉइस है, तुसीं रख भी सकदे हो तो तुसीं छड्ड भी सकदे हो। ये दूसरा तरीका है। तीसरा तरीका यह है भी जिवें एक विरोधी होवे भी मान लो तुसीं जो बोलोगे मैं उहदा उल्ट जवाब देवां, भी जो तुसीं कहता मैं उहदा हमेशा विरोध करना, भावें चंगा भी होवे, भावें सच्चा भी होवे, भावें झूठा भी होवे। तीजा जिहड़ा काम है वो विरोधी के तौर के उत्ते जवाब दे सकना। तो कहता चौथा तरीका यह है भी चेले और गुरु का जिन्हों सब तो उत्तम मन्निया जाता है, भी मैं अपनी आप अपना सब कुछ त्यागता भी अज तो गुरु वाली मत धारण कर ली, तो गुरु और चेले का कहता रिश्ता सब तो बड़ा उत्तम है। आनंद जी कहते सब तो बड़ा उत्तम ये है। उन्हें जदों ये सवाल का जवाब नूं सुनिया ना, भी मतलब उन्होंने जवाब दिता भी इस तरीके दे नाल जवाब देवां। अशोक जी 2 मिनट बैठे, बड़ी मतलब उन्होंने सुरत की उडारी मारी, तो काफ़ी समा सोचण तो बाद उन्हें नंद जी नूं की कहा, उन्होंने दे हत्थ फड़े, हत्थां नूं चूमिया तो अपनी गद्दी के उत्ते बिठा दिता। कहते अज तो तुसीं मेरे गुरु तो मैं तुहाडा चेला, ना अज तो मैं कोई राजा वां, ना अज तो मैं तुहाडा कोई दोस्त जां भरा वां, ना अज तो मैं तुहाडा कोई विरोधी हाँ। अज तो जो तुसीं कहोगे अज तो मैं वो करांगा अपने जीवन के विच। ये 4 तरीके दे नाल हर एक जिहड़ा इंसान है उस सवालों के जवाब दिंदा है।
ਅਸੀਂ ਗੁਰੂ ਦੇ ਸਾਹਮਣੇ ਵੇਖਣਾ ਹੈ। ਚਲੋ ਸਵਾਲ ਸਾਡੇ ਮਨਾਂ ਦੇ ਵਿੱਚ ਵੀ ਗੁਰੂ ਦੇ ਪ੍ਰਤੀ ਆਉਂਦੇ ਆ, ਜਾਂ ਕਹਿ ਲਓ ਕੋਈ ਵੀ ਧਰਮ ਦਾ ਸਵਾਲ ਆਉਂਦਾ ਹੈ ਗੁਰੂ ਤੋਂ ਪੁੱਛ ਸਕਦੇ ਹਾਂ, ਪਰ ਆਹ 4 ਤਰੀਕੇ ਜ਼ਰੂਰ ਚੇਤੇ ਰੱਖੀਏ ਵੀ ਸਭ ਤੋਂ ਪਹਿਲਾ ਹੈ ਕਿ ਅਸੀਂ ਰਾਜੇ ਕਰਕੇ ਜਾਂ ਮਾਲਕ ਕਰਕੇ ਪੁੱਛ ਰਹੇ ਹਾਂ ਜਾਂ ਤਾਕਤ ਕਰਕੇ ਪੁੱਛ ਰਹੇ ਹਾਂ, ਦੂਸਰਾ ਭਰਾ ਕਰਕੇ ਜਾਂ ਦੋਸਤ ਕਰਕੇ, ਤੀਸਰਾ ਵਿਰੋਧੀ ਕਰਕੇ, ਜਾਂ ਚੌਥਾ ਗੁਰੂ ਔਰ ਚੇਲੇ ਦੇ ਕਰਕੇ। ਇਹ ਤਾਂ ਸਾਡੇ ਹੱਥ ਵਿੱਚ ਹੈ ਨਾ ਵੀ ਕਿਹੜੇ ਪੱਖ ਦੇ ਉੱਤੇ ਅਸੀਂ ਗੱਲ ਕਰਨੀ ਹੈ। ਸੋ ਖੈਰ ਇਹ ਸੀ ਸਾਧ ਸੰਗਤ ਅੱਜ ਦੀ ਵਿਚਾਰ, ਜਿਹਦੇ ਵਿੱਚ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਇਹੀ ਗੱਲ ਰੱਖੀ ਹੈ, ਜਿਹੜੇ ਰੱਬ ਜੀ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਆ ਉਹ ਇਨਸਾਨ ਇਸ ਸੰਸਾਰ ਤੋਂ ਤਰ ਜਾਂਦੇ ਆ, ਉਹ ਬਚ ਜਾਂਦੇ ਆ। ਸੋ ਸਾਧ ਸੰਗਤ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਉਚਾਰਨ